ਅਸੀਂ ਕਹਿੰਦੇ ਆ ਹਮੇਸ਼ਾ ਹੀ ਆਪਾਂ ਇਹ ਕਹਿੰਦੇ ਆ ਇਕੱਠੇ ਹੋਈਏ। ਇਹ ਬਹੁਤ ਵਧੀਆ ਗੱਲ ਆ, ਇਕੱਠੇ ਹੋਈਏ, ਪਰ ਪੋਲੀਟੀਕਲ ਏਜੰਡੇ ਨੂੰ ਛੱਡ ਕੇ ਇਕੱਠੇ ਹੋਈਏ। ਜੇ ਪੋਲੀਟੀਕਲ ਏਜੰਡੇ ਨੂੰ ਰੱਖ ਕੇ ਇਕੱਠੇ ਹੋਵਾਂਗੇ ਤਾਂ ਉਹਦਾ ਡਿਵਾਈਡ ਕਰੂਗਾ, ਅਸੀਂ ਇਕੱਠੇ ਨਹੀਂ ਹੋ ਸਕਦੇ ਕਦੇ ਵੀ। ਸਾਡੀ ਧਰਤੀ ਨਾਲੋਂ ਸਾਨੂੰ ਤੋੜਿਆ ਜਾ ਰਿਹਾ, ਸਾਨੂੰ ਖੋਰਿਆ ਜਾ ਰਿਹਾ। ਸਾਡਾ ਇਤਿਹਾਸ, ਸਾਡੀ ਮਾਂ ਬੋਲੀ, ਸਾਡੇ ਪਾਣੀ, ਸਾਡਾ ਫਲਸਫੇ, ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਇਹ ਛੱਡ ਕੇ ਹੁਣ ਅਸੀਂ ਕਿੱਥੇ ਜਾਈਏ? ਫਿਰ ਸਾਡੇ ਪੱਲੇ ਕੀ ਰਹਿ ਜੂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿਮਰਜੀਤ ਸਿੰਘ ਬੈਂਸ ਭਾਈ ਜੀ, ਮਖੂ ਸਾਹਿਬ ਤੇ ਸਾਰੀਆਂ ਸ਼ਖਸੀਅਤਾਂ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਮੈਂ ਗੱਲ, ਅਸੀਂ ਰੋਜ਼ ਹੀ ਗੱਲ ਕਰਦੇ ਹਾਂ, ਦਿਲ ਦੀਆਂ ਗੱਲਾਂ ਹੀ ਸਾਂਝੀਆਂ ਕਰਦੇ ਹਾਂ। ਸੋ ਦੋ ਚਾਰ ਗੱਲਾਂ ਕਰਨੀਆਂ ਸੀ। ਅਸੀਂ ਆਪਦੇ ਇਤਿਹਾਸ ਦੀ ਗੱਲ ਕਰਦੇ ਹਾਂ, ਇਸ ਖਿੱਤੇ ਦੇ ਇਤਿਹਾਸ ਦੀ, ਪੰਜਾਬ ਦੇ ਇਤਿਹਾਸ ਦੀ, ਸਾਡੇ ਦੇਸ਼ ਦੇ ਇਤਿਹਾਸ ਦੀ, ਸਾਡੇ ਸਿਧਾਂਤ ਦੀ, ਸਾਡੇ ਫਲਸਫੇ ਦੀ ਗੱਲ ਕਰਦੇ ਹਾਂ। ਤੇ ਜਦੋਂ ਲੜਾਈਆਂ ਤੇ ਸੰਘਰਸ਼ ਵਿੱਢੇ ਜਾਂਦੇ ਆ, ਅਸੀਂ ਜਜ਼ਬਾ ਲੈ ਕੇ ਅੱਗੇ ਆਉਣੇ ਆ, ਪਰ ਉਹ ਕਿਸੇ ਸਿਧਾਂਤ ਤੋਂ ਪੈਦਾ ਹੋਇਆ ਹੁੰਦਾ, ਕਿਸੇ ਫਲਸਫੇ ਤੋਂ ਪੈਦਾ ਹੋਇਆ ਹੁੰਦਾ। ਸੋ ਸਾਡਾ ਸਿਧਾਂਤ ਤੇ ਸਾਡਾ ਫਲਸਫਾ ਕੀ ਆ? ਸਾਡਾ ਫਲਸਫਾ 900 ਸਾਲ ਦੀ ਗੁਲਾਮੀ ਨੂੰ ਜਿਹਨੇ ਚੈਲੰਜ ਕੀਤਾ ਸੀ, ਗੁਰੂ ਨਾਨਕ ਸਾਹਿਬ ਦਾ ਫਲਸਫਾ, ਜਿਨ੍ਹਾਂ ਨੇ 900 ਸਾਲ ਦੀ ਗੁਲਾਮੀ ਨੂੰ ਚੈਲੰਜ ਕਰਕੇ ਇਹ ਸੰਦੇਸ਼ ਦਿੱਤਾ ਸੀ ਵੀ ਸਾਡੇ ਫੈਸਲੇ ਅਸੀਂ ਖੁਦ ਕਰਾਂਗੇ, ਸਾਡੇ ਫੈਸਲੇ ਈਰਾਨੀ, ਦੁਰਾਨੀ ਜਾਂ ਕੋਈ ਅਫਗਾਨਿਸਤਾਨੀ ਨਹੀਂ ਕਰਨਗੇ, ਅਸੀਂ ਆਪ ਕਰਾਂਗੇ, ਇਸ ਖਿੱਤੇ ਦੇ ਲੋਕ ਕਰਨਗੇ। ਅਸੀਂ ਧਾਰਮਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਸਮਾਜਿਕ ਤੌਰ ਤੇ ਜਿਹੜੇ ਫੈਸਲੇ ਕਰਾਂਗੇ ਉਹ ਅਸੀਂ ਆਪ ਕਰਾਂਗੇ। ਹੁਣ ਜੇ ਅਸੀਂ ਉਸ ਸਿਧਾਂਤ ਨੂੰ ਭੁੱਲ ਜਾਈਏ, ਜਿਸ ਸਿਧਾਂਤ ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਹਿਰਾ ਦਿੱਤਾ ਤੇ ਸ਼ਹੀਦੀ ਦਿੱਤੀ ਇਸ ਦੇਸ਼ ਦੇ ਲੋਕਾਂ ਲਈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਰਾ ਦਿੱਤਾ, ਤੇ ਅਕਾਲ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਆਜ਼ਾਦੀ ਦਾ ਪ੍ਰਤੀਕ ਸਾਡੇ ਸਾਹਮਣੇ ਖੜਾ। ਮੈਂ ਇਕੱਲੀ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਯੂਨੀਅਨ ਆਫ ਇੰਡੀਆ ਦੀ, ਇਸ ਖਿੱਤੇ ਦੀ, ਇਸ ਜਿਹਨੂੰ ਅੱਜ ਹਿੰਦੁਸਤਾਨ ਕਹਿ ਰਹੇ ਆ, ਇਹ ਉਸ ਹਿੰਦੁਸਤਾਨ ਦੀ ਗੱਲ ਕਰ ਰਿਹਾ। ਜੇ ਉੱਥੋਂ ਦੇ ਇਤਿਹਾਸ ਨੂੰ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੇ ਉਹਨਾਂ ਦੀ ਜਿਹੜੀ ਉਹਨਾਂ ਨੇ ਹਕੂਮਤ ਨਾਲ ਟੱਕਰ ਲਈ, ਉਸ ਇਤਿਹਾਸ ਤੋਂ ਬਿਨਾਂ ਕਲਪਾਂਗੇ ਤਾਂ ਨਹੀਂ ਕਲਪਿਆ ਜਾ ਸਕਦਾ, ਉਸ ਫਲਸਫੇ ਤੋਂ ਬਿਨਾਂ ਕਲਪਾਂਗੇ ਤਾਂ ਨਹੀਂ ਕਲਪਿਆ ਜਾ ਸਕਦਾ। 10ਵੇਂ ਪਾਤਸ਼ਾਹ ਦੀ ਕੁਰਬਾਨੀ, 10ਵੇਂ ਪਾਤਸ਼ਾਹ ਦੀ ਉਸੇ ਸਿਧਾਂਤ ਤੇ ਪਹਿਰੇ ਦਿੰਦੇ ਹੋਏ ਸਾਡੇ ਦੇਸ਼ ਲਈ ਤੇ ਸਾਡੀ ਕੌਮ ਲਈ ਉਸ ਕੁਰਬਾਨੀ ਤੋਂ ਬਿਨਾਂ ਜੇ ਅਸੀਂ ਕਲਪਿਆ, ਇਸ ਪੰਜਾਬ ਨੂੰ ਜਾਂ ਇਸ ਦੇਸ਼ ਨੂੰ ਜਾਂ ਸਾਡੇ ਇਤਿਹਾਸ ਨੂੰ ਕਲਪਿਆ ਜਾ ਸਕਦਾ, ਤਾਂ ਮੈਨੂੰ ਲੱਗਦਾ ਨਹੀਂ ਕਲਪਿਆ ਜਾ ਸਕਦਾ। ਹੁਣ ਜਦੋਂ ਅਸੀਂ ਕੋਈ ਸੰਘਰਸ਼ ਲੜਦੇ ਹਾਂ, ਜਦੋਂ ਕੋਈ ਲੜਾਈ ਵਿੱਢਦੇ ਆ, ਉਹ ਕਿਸੇ ਨਾ ਕਿਸੇ ਫਲਸਫੇ ਤੇ ਖੜੀ ਹੁੰਦੀ ਆ। ਸਾਡਾ ਇਤਿਹਾਸ ਉਸ ਫਲਸਫੇ ਤੋਂ ਹੀ ਨਿਕਲਿਆ। ਸਾਡਾ ਇਤਿਹਾਸ ਕਿਸੇ ਕਮਿਊਨਿਸਟ ਫਲਸਫੇ ਤੋਂ, ਕਿਸੇ ਸੋਸ਼ਲਿਸਟ ਫਲਸਫੇ ਤੋਂ, ਕਿਸੇ ਰਸ਼ੀਅਨ ਰੈਵੋਲੂਸ਼ਨ ਤੋਂ, ਕਿਸੇ ਅਮਰੀਕਨ ਫਲਸਫੇ ਤੋਂ ਜਾਂ ਅਮਰੀਕਨ ਰੈਵੋਲੂਸ਼ਨ ਤੋਂ ਨਹੀਂ ਨਿਕਲਿਆ। ਸੋ ਜਦੋਂ ਅੱਜ ਅਸੀਂ ਲੜਾਈ ਲੜਨੀ ਆ, ਇਹ ਤੈਅ ਕਰਨਾ ਵੀ ਸਾਡਾ ਸਿਧਾਂਤ ਕੀ ਆ, ਸਾਡਾ ਫਲਸਫਾ ਕੀ ਆ, ਸਾਡਾ ਪਹਿਲਾ ਫਰਜ਼ ਬਣ ਜਾਂਦਾ। ਉਦੋਂ ਪਹਿਲੀ ਗੱਲ, ਲੜਾਈ ਲੜ ਕੇ ਇਸ ਦੇ ਖਿਲਾਫ ਰਹੇ ਹਾਂ, ਉਸ ਧਿਰ ਦੇ ਖਿਲਾਫ ਰਹੇ ਹਾਂ ਜਿਨ੍ਹਾਂ ਨੇ ਅੱਜ ਸਪਸ਼ਟ ਰੂਪ 'ਚ, ਪ੍ਰਤੱਖ ਰੂਪ 'ਚ ਇਹ ਗੱਲ ਐਲਾਨਤੀ ਵੀ ਅਸੀਂ ਇੱਕ ਹਿੰਦੂ ਰਾਸ਼ਟਰ ਬਣਾ ਰਹੇ ਹਾਂ। ਫਿਰ ਅਸੀਂ ਕਿੱਥੇ ਜਾਈਏ? ਫਿਰ ਬਾਕੀ ਦੀਆਂ ਘੱਟ ਗਿਣਤੀਆਂ ਕਿੱਥੇ ਜਾਣ? ਫਿਰ ਸਾਡੀਆਂ ਦਸਤਾਰਾਂ, ਅਸੀਂ ਖੰਡੇ ਬਾਟੇ ਦੀ ਪੌਲ, ਸਾਡਾ ਇਤਿਹਾਸ, ਸਾਡੇ ਤਖਤ, ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ, ਉਹ ਕਿੱਥੇ ਜਾਣ? ਫਿਰ ਜਿਹੜੀ ਕੌਂਸਟੀਟਿਊਸ਼ਨ ਤੁਸੀਂ ਸਿਰਜੀ ਆ, ਡਾਕਟਰ BR ਅੰਬੇਦਕਰ ਦੀ ਲਿਖੀ ਹੋਈ ਕੋਟ ਇੱਥੇ ਸਾਡੇ ਸਾਹਮਣੇ ਆ, ਇਹਦੇ 'ਚ ਲਿਖਿਆ ਹੋਇਆ, ਇਫ ਆਈ ਫਾਈਂਡ ਦ ਕੌਂਸਟੀਟਿਊਸ਼ਨ ਬੀਇੰਗ ਮਿਸਯੂਜ਼ਡ ਆਈ ਸ਼ੈਲ ਬੀ ਦ ਫਰਸਟ ਵਨ ਟੂ ਬਰਨ ਇਟ। ਫਰਸਟ ਵਨ ਟੂ ਬਰਨ ਇਟ, ਵਾਟ ਡਜ਼ ਇਟ ਮੀਨ? ਇਹਦਾ ਮਤਲਬ ਇਹ ਆ ਵੀ ਜੇ ਕਿਤੇ ਕਿਸੇ ਨੇ ਕੌਂਸਟੀਟਿਊਸ਼ਨ ਮਿਸਯੂਜ਼ ਕੀਤੀ ਤਾਂ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਬਰਨ ਕਰੂੰਗਾ। ਜੇ ਅਸੀਂ ਇਸ ਸੰਵਿਧਾਨ ਦੀ, ਇਸ ਕੌਂਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਤਾਂ ਜਦੋਂ ਹਿੰਦੂ ਰਾਸ਼ਟਰ ਦਾ ਸਾਨੂੰ ਫਲਸਫਾ ਦਿੰਦੇ ਆ ਇਹ, ਉਹ ਤਾਂ ਇਹਦੇ ਸਪਸ਼ਟ ਰੂਪ 'ਚ ਵਿਰੋਧ ਆ। ਫਿਰ ਅਸੀਂ ਕਿਉਂ ਨਾ ਉਸ ਸਿਸਟਮ ਨੂੰ ਚੈਲੰਜ ਕਰੀਏ? ਹੁਣ ਜਦੋਂ
ਗੁਰੂ ਸਾਹਿਬਾਨ ਦੇ ਸਿਧਾਂਤ ਤੇ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ, ਉਹਨਾਂ ਦੇ ਫਲਸਫੇ ਤੇ ਚੱਲਦੇ ਆ। ਉਹਨਾਂ ਨੇ ਰਿਆਇਤਾਂ ਦੀ ਮੰਗ ਨਹੀਂ ਕੀਤੀ ਸੀ, ਉਹਨਾਂ ਨੇ ਹਕੂਮਤਾਂ ਨੂੰ ਲਲਕਾਰਿਆ ਸੀ, ਸਿਸਟਮ ਨੂੰ ਲਲਕਾਰਿਆ ਸੀ। 10ਵੇਂ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਹਕੂਮਤਾਂ ਨੂੰ ਲਲਕਾਰਿਆ ਸੀ, ਸਿਸਟਮ ਨੂੰ ਲਲਕਾਰਿਆ ਸੀ, ਵੰਗਾਰਿਆ ਸੀ। ਸਾਡੇ ਤੋਂ ਗਲਤੀ ਕਿੱਥੇ ਹੋਈ? ਔਰ ਉਸੇ ਇਤਿਹਾਸ ਨੇ ਸਾਨੂੰ ਰਾਜ ਦਿੱਤਾ ਸੀ, ਸਾਡੇ 'ਚ ਸੋਵਰਨਿਟੀ ਦਿੱਤੀ ਸੀ, ਸਾਨੂੰ ਇੱਕ ਸਟੇਟਹੁੱਡ ਦਿੱਤਾ ਸੀ, ਸਾਡੇ 'ਚ ਪਾਤਸ਼ਾਹੀ ਦਾਵਾ ਸਾਨੂੰ ਦਿੱਤਾ ਸੀ। ਪਰ ਗਲਤੀ ਕਿੱਥੇ ਹੋਈ? ਗਲਤੀ ਸਾਡੇ ਤੋਂ ਹੋਈ ਜਦੋਂ ਅਸੀਂ ਸੰਘਰਸ਼ ਵਿੱਢਦੇ ਹਾਂ, ਲੜਾਈਆਂ ਲੜਦੇ ਹਾਂ। ਅਸੀਂ ਹਕੂਮਤ ਨੂੰ ਜਾਂ ਸਿਸਟਮ ਨੂੰ ਨਹੀਂ ਲਲਕਾਰਦੇ, ਅਸੀਂ ਖੈਰਾਤਾਂ ਮੰਗਦੇ ਹਾਂ। ਅੱਜ ਵੀ ਜਦੋਂ 1960 'ਚ ਗ੍ਰੀਨ ਰੈਵੋਲੂਸ਼ਨ ਆਇਆ, ਤੁਸੀਂ ਉਸ ਵੇਲੇ ਦੇ ਐਡੀਟੋਰੀਅਲ ਪੜ੍ਹ ਕੇ ਦੇਖ ਲਓ, ਅਖਬਾਰਾਂ 'ਚ ਆਏ ਹੋਏ, ਸਪੈਸ਼ਲੀ ਪੰਜਾਬੀ ਟ੍ਰਿਬਿਊਨ 'ਚ, ਜਾਂ ਉਸ ਵੇਲੇ ਜਿਹੜੀਆਂ ਜਦੋਂ ਇੱਥੇ ਕੋਈ ਅਖਬਾਰਾਂ ਚੱਲਦੀਆਂ ਸੀ, ਉਹਦੇ 'ਚ ਇੰਟਲੈਕਚੁਅਲ, ਉਸ ਵੇਲੇ ਦੀ ਇੰਟਲੈਕਚੁਅਲ ਕਲਾਸ ਨੇ ਜਾਂ ਬੁੱਧੀਜੀਵੀਆਂ ਨੇ, ਜਾਂ ਜਿਹੜੇ ਪੰਜਾਬ ਦੇ ਨਾਲ ਲੋਕ, ਸਾਡੇ ਲੋਕ ਇਸ ਧਰਤੀ ਨਾਲ ਵਫਾਦਾਰੀ ਨਿਭਾਉਂਦੇ ਸੀ, ਉਹਨਾਂ ਨੇ ਪ੍ਰਤੱਖ ਰੂਪ 'ਚ ਇਹਦਾ ਵਿਰੋਧ ਕਰਕੇ ਇਹ ਲਿਖਿਆ ਸੀ ਵੀ ਇਸ ਗ੍ਰੀਨ ਰੈਵੋਲੂਸ਼ਨ ਦੇ ਨਾਲ ਇੱਥੋਂ ਇੰਟਲੈਕਚੁਅਲ ਕਲਾਸ ਚਲੀ ਜਾਊਗੀ, ਪ੍ਰਵਾਸ ਹੋਣ ਲੱਗ ਜੂਗਾ, ਤੇ ਪੰਜਾਬ ਆਪਦੇ ਫਲਸਫੇ ਤੋਂ, ਆਪਦੇ ਸਿਧਾਂਤਾਂ ਤੋਂ ਭਟਕ ਜੂਗਾ। ਪੰਜਾਬ ਦਾ ਵਾਤਾਵਰਨ, ਇਨਵਾਇਰਮੈਂਟਲ ਕ੍ਰਾਈਸਿਸ ਬਹੁਤ ਵੱਡਾ ਵੱਧ ਜੂਗਾ। ਇਹ ਜਿਹੜਾ 10, 25, 10, 20 ਜਾਂ 25 ਸਾਲਾਂ ਤੱਕ ਤਾਂ ਸਾਨੂੰ ਬਹੁਤ ਕੁਝ ਦੇਣਾ, ਪਰ ਉਦੋਂ ਬਾਅਦ ਇਹਦੇ ਜਦੋਂ ਅਗਲੇ ਕੌਨਸੀਕੁਐਂਸਿਸ ਜਾਂ ਸਿੱਟੇ ਸਾਹਮਣੇ ਆਉਣਗੇ, ਉਹ ਬਹੁਤ ਭਿਆਨਕ ਹੋਣਗੇ। ਅਸੀਂ ਉੱਥੇ ਹੀ ਖੜੇ ਹਾਂ। ਉਸ ਵੇਲੇ ਵੀ ਅਸੀਂ ਰਿਆਇਤਾਂ ਦੀ ਮੰਗ ਕਰਦੇ ਰਹੇ। ਇੱਕ ਪੀੜ੍ਹੀ ਕਿਸਾਨਾਂ ਦੀ ਖਤਮ ਹੋ ਗਈ, ਆਪਦੀ ਖੇਤੀ ਦੀਆਂ ਉਪਜਾਂ ਦੇ ਲਾਹੇਵੰਦ ਭਾਅ ਮੰਗਦੀ। ਅੱਧੀ ਕੁ ਸਦੀ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਦੇ ਹੱਕਾਂ ਜਾਂ ਉਹਨਾਂ ਦੇ ਸ਼ੋਸ਼ਣ ਦੇ ਲਈ ਆਵਾਜ਼ਾਂ ਬੁਲੰਦ ਕਰਨੀਆਂ ਸ਼ੁਰੂ ਕੀਤੀਆਂ, ਪਰ ਮੰਗਦੇ ਕੀ ਰਹੇ? ਰਿਆਇਤਾਂ ਤੇ ਖੈਰਾਤਾਂ। ਇਤਿਹਾਸ ਜਾਂ ਫਲਸਫਾ ਕੀ ਕਹਿੰਦਾ ਸਾਡਾ? ਸਿਸਟਮ ਨੂੰ ਚੈਲੰਜ ਕਰੋ, ਬਿਮਾਰ ਨੂੰ ਨਹੀਂ, ਬਿਮਾਰੀ ਨੂੰ ਪੱਟੋ, ਉਹਦੀ ਜੜ ਨੂੰ ਪੱਟੋ। ਅੱਜ ਅਸੀਂ ਇੱਥੇ ਬੈਠੇ ਕਿਉਂ ਆ? ਇਸੇ ਕਰਕੇ, ਇਸ ਗੱਲ ਨੂੰ ਹੀ ਸਮਝ ਕੇ ਬੈਠੇ ਆ। ਇੱਥੇ ਅਸੀਂ ਬਿਮਾਰ ਨੂੰ ਨਹੀਂ ਪੱਟਣਾ। ਇਹ ਤਾਂ ਲੱਛਣ ਆ ਜਿਹੜੇ ਆਰਡੀਨੈਂਸਸ ਆ ਰਹੇ ਆ, ਇਹ ਪੈਦਾ ਕਿੱਥੋਂ ਹੋ ਰਹੇ ਆ? ਉਸ ਬਿਮਾਰੀ ਨੂੰ ਪੱਟੀਏ। ਸਾਡੇ ਲਈ ਸਾਡੀ ਖੁਦਮੁਖਤਿਆਰੀ ਮੰਗੀ, ਆਪਦੇ ਫੈਸਲੇ ਆਪ ਕਰਨ ਦਾ ਹੱਕ ਮੰਗੀਏ। ਸਾਡਾ ਹੱਕ ਆ ਇਹ। ਜੇ ਅਸੀਂ ਆਪਦੇ ਹੱਕਾਂ ਨੂੰ ਨਹੀਂ ਸਮਝਾਂਗੇ, ਫਿਰ ਮੰਗਾਂ ਕੀ ਰੱਖ ਸਕਾਂਗੇ? ਸੋ ਪਹਿਲੀ ਗੱਲ ਜਿਹੜੀ ਸਾਨੂੰ ਸਮਝ ਨਹੀਂ ਆ ਕਿ ਇਸ ਫਲਸਫੇ ਨੂੰ ਲੈ ਕੇ ਲੜਾਈ ਲੜੀ ਜਾਣੀ ਚਾਹੀਦੀ ਆ। ਅਗਲੀ ਗੱਲ, ਸਾਡਾ ਦੁਸ਼ਮਣ ਕੌਣ ਆ? ਕਿਸ ਦੁਸ਼ਮਣ ਨਾਲ ਮੱਥਾ ਲਾਈ ਬੈਠੇ ਆ? ਦੁਸ਼ਮਣ ਅੱਜ ਉਹ ਤੇਰਾ ਜਿਹੜੇ ਦੇ ਕੋਲੇ ਹਉਮੈ ਆ, ਐਡਾ ਵੱਡਾ ਹੰਕਾਰ ਆ ਆਪਦੇ ਉਸ ਰਾਜ ਦਾ, ਆਪਦੀ ਸਰਕਾਰ ਦਾ, ਤੇ ਜਿਹੜੇ ਸਿਸਟਮ ਨੂੰ ਉਹ ਚਲਾਈ ਜਾਂਦੇ ਆ। ਇਹਦਾ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਰੀਸੈਂਟ ਐਗਜ਼ਾਮਪਲ ਆ। ਸਾਡੀ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਸੋਚੀ ਵੀ ਚਲੋ ਟੇਬਲ ਟਾਕ ਕਰ ਲੈਂਦੇ ਆ, ਜਾ ਕੇ ਉਹਨਾਂ ਦੇ ਨਾਲ ਜਾ ਕੇ ਬਹਿਨੇ ਆ, ਪਰ ਕੀਤਾ ਕੀ? ਉਹਨਾਂ ਨੇ ਹਿਊਮਿਲੇਟ ਕੀਤਾ। ਸਾਨੂੰ ਭਰਮ ਪੈਦਾ ਹੋ ਗਿਆ ਸੀ ਵੀ ਅਸੀਂ ਬਹੁਤ ਵੱਡਾ ਦਬਾਅ ਬਣਾ ਬੈਠੇ ਆ ਉਹਨਾਂ ਤੇ ਕਿਤੇ, ਪਰ ਉਹ ਭਰਮ ਟੁੱਟਿਆ। ਜਦੋਂ ਜਾ ਕੇ ਟੇਬਲ ਤੇ ਬੈਠੇ, ਉਹ ਭਰਮ ਟੁੱਟਿਆ ਤੇ ਸਾਡੇ ਜਥੇਬੰਦੀਆਂ ਦੇ ਆਗੂ ਹਰਟ ਹੋਏ ਤੇ ਉੱਥੇ ਜਾ ਕੇ ਨਾਅਰੇ ਵੀ ਲਾਉਣ ਲੱਗ ਗਏ ਤੇ ਬਿੱਲ ਵੀ ਫਾੜਨ ਲੱਗ ਗਏ। ਇਹਦਾ ਮਤਲਬ ਸਾਨੂੰ ਸਾਡੇ ਦੁਸ਼ਮਣ ਦੀ ਸਮਝ ਹੀ ਨਹੀਂ, ਉਹਦਾ ਹਿਊਮਿਲੇਟ ਕਰਦਾ, ਹੰਕਾਰੀ ਆ। ਉਹਨਾਂ ਨਾਲ ਲੜਾਈ ਕਿਵੇਂ ਲੜਨੀ ਆ, ਸਾਨੂੰ ਪਹਿਲਾਂ ਤੈਅ ਕਰਨਾ ਪਊਗਾ। ਲੜਾਈ ਪਹਿਲਾਂ ਤੈਅ ਕਰਕੇ ਜਿੱਤੀ ਜਾਂਦੀ ਆ, ਫੇਰ ਲੜੀ ਜਾਂਦੀ ਆ। ਜੇ ਅਸੀਂ ਸਿੱਧਾ ਜਾ ਕੇ ਲੜਨ ਲੱਗ ਜਾਈਏ ਤੇ ਜਿੱਤਣ ਦੀ ਆਸ ਕਰੀਏ, ਫੇਰ ਤਾਂ ਨਹੀਂ ਜਿੱਤ ਸਕਦੇ। ਸੋ ਦੂਜੀ ਗੱਲ, ਅਸੀਂ ਕਹਿੰਦੇ ਆ ਹਮੇਸ਼ਾ ਹੀ, ਆਪਾਂ ਇਹ ਕਹਿੰਦੇ ਆ ਇਕੱਠੇ ਹੋਈਏ। ਇਹ ਬਹੁਤ ਵਧੀਆ ਗੱਲ ਆ, ਇਕੱਠੇ ਹੋਈਏ, ਪਰ ਪੋਲੀਟੀਕਲ ਏਜੰਡੇ ਨੂੰ ਛੱਡ ਕੇ ਇਕੱਠੇ ਹੋਈਏ। ਜੇ ਪੋਲੀਟੀਕਲ ਏਜੰਡੇ ਨੂੰ ਰੱਖ ਕੇ ਇਕੱਠੇ ਹੋਵਾਂਗੇ ਤਾਂ ਉਹਦਾ ਡਿਵਾਈਡ ਕਰੂਗਾ, ਅਸੀਂ ਇਕੱਠੇ ਨਹੀਂ ਹੋ ਸਕਦੇ ਕਦੇ ਵੀ। ਜੇ ਲੜਾਈ ਲੜਨੀ ਆ, ਪੋਲੀਟੀਕਲ ਏਜੰਡਿਆਂ ਨੂੰ ਪਾਸੇ ਰੱਖ ਦਈਏ, ਵਿਚਾਰਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਦਈਏ, ਫੇਰ ਇਕੱਠੇ ਹੋਈਏ। ਉਹਨੂੰ ਕਹਿੰਦੇ ਅਸੀਂ ਇਕੱਠੇ ਹੋ ਕੇ ਲੜਾਈ ਲੜ ਰਹੇ ਹਾਂ। ਇੱਕ ਲੜਾਈ ਇਸ ਮੋਰਚੇ ਤੋਂ ਲੜੀ ਜਾ ਸਕਦੀ ਆ, ਇੱਕ ਲੜਾਈ ਬਠਿੰਡੇ ਦੇ ਮੋਰਚੇ ਤੋਂ ਲੜੀ ਜਾ ਸਕਦੀ ਆ, ਇੱਕ ਫਰੀਦਕੋਟ ਦੇ ਮੋਰਚੇ ਤੋਂ ਵੀ ਲੜੀ ਜਾ ਸਕਦੀ ਆ, ਪਟਿਆਲੇ ਦੇ ਮੋਰਚੇ ਤੋਂ ਵੀ ਲੜੀ ਜਾ ਸਕਦੀ ਆ, ਪਰ ਇਹ ਸਾਂਝੀ ਲੜਾਈ ਮਿਥੀ ਜਾਊਗੀ। ਇੱਕ ਜਗ੍ਹਾ ਬੈਠ ਕੇ ਇਕੱਠੇ ਹੋ ਕੇ ਕਦੇ ਵੀ ਮੋਰਚੇ, ਸਾਡੇ ਇਤਿਹਾਸ 'ਚ ਵੀ ਇੱਕ ਜਗ੍ਹਾ ਮੋਰਚੇ ਨਹੀਂ ਲੱਗਦੇ ਹੁੰਦੇ, ਥਾਂ ਤੇ ਮੋਰਚੇ ਵਿੱਢਦੇ ਆ, ਥਾਂ ਤੋਂ ਲੜਾਈਆਂ ਲੜਦੇ ਆ। ਇਹਦਾ ਮਤਲਬ ਇਹ ਨਹੀਂ ਅਸੀਂ ਵੱਖਰੇ ਆ, ਅਸੀਂ ਇਕੱਠੇ ਆ, ਪਰ ਇੱਕ ਅਹਿਸਾਸ, ਸੈਂਸ ਆਫ ਬਿਲੋਂਗਿੰਗਨੈਸ ਆ ਜਿਹੜਾ ਉਸ ਸੰਘਰਸ਼ ਲਈ, ਉਸ ਲੜਾਈ ਲਈ, ਇਹ ਸਾਡੇ ਦਿਲਾਂ 'ਚ ਹੋਣਾ ਬਹੁਤ ਜ਼ਰੂਰੀ ਆ। ਅਗਲੀ ਗੱਲ ਇਕੱਠੇ ਹੋਣ ਦੀ ਇੱਕ ਇਹ ਵੀ ਆ, ਇੱਕ ਪਾਸੇ ਸਾਡਾ
ਇਹਦਾ ਮੈਂ ਇੱਕ ਹੋਰ ਐਗਜ਼ਾਮਪਲ ਦਿੰਨਾ। ਇੱਕ ਪਾਸੇ ਸਾਡਾ ਕਾਨੂੰਨੀ ਸੰਘਰਸ਼ ਚੱਲ ਰਿਹਾ ਹੋਵੇ, ਇੱਕ ਪਾਸੇ ਪੋਲੀਟੀਕਲ ਡਿਪਲੋਮੈਸੀ ਦਾ ਸੰਘਰਸ਼ ਚੱਲ ਰਿਹਾ ਹੋਵੇ, ਇੱਕ ਪਾਸੇ ਅਸੀਂ ਆਪਦਾ ਬਿਰਤਾਂਤ ਸਿਰਜ ਰਹੇ ਹੋਈਏ, ਆਪਦਾ ਨੈਰੇਟਿਵ ਸਿਰਜ ਰਹੇ ਹੋਈਏ, ਕਿਉਂਕਿ ਸਰਕਾਰ ਸਾਡੇ ਖਿਲਾਫ ਆਪਦਾ ਨੈਰੇਟਿਵ ਸਿਰਜ ਰਹੀ ਆ। ਸਾਡੇ ਵੀ ਇੰਟੈਲੈਕਚੁਅਲ ਕਲਾਸ ਜਾਂ ਸਾਡੇ ਬੁੱਧੀਜੀਵੀ ਆਪਦਾ ਨੈਰੇਟਿਵ ਸਿਰਜ ਕੇ ਲੋਕਾਂ ਨੂੰ ਜਗਾ ਰਹੇ ਹੋਣ। ਸੰਘਰਸ਼ ਦੇ ਪੜਾਅ ਹੁੰਦੇ ਆ, ਵੱਖ-ਵੱਖ ਪਹਿਲੂ ਹੁੰਦੇ ਆ, ਇਹਨਾਂ ਸਾਰਿਆਂ ਤੇ ਪਹਿਰਾ ਦੇਣਾ ਬਣਦਾ। ਜਿਸ ਦੁਸ਼ਮਣ ਨਾਲ ਅਸੀਂ ਲੜ ਰਹੇ ਹਾਂ, ਮੈਂ ਇੱਕ ਗੱਲ ਸੰਗਤ ਸਾਹਮਣੇ ਅੱਜ ਸਾਂਝੀ ਕਰਨੀ ਚਾਹਣਾ। ਉਸ ਦੁਸ਼ਮਣ ਨੇ, ਜੇ ਕਾਨੂੰਨੀ ਸੰਘਰਸ਼ ਦੀ ਗੱਲ ਕਰੀਏ, ਜਿਹਦੇ ਤੇ ਅਸੀਂ ਸਿਰ ਜੋੜ ਕੇ ਹੀ ਨਹੀਂ ਬੈਠੇ, ਅਸੀਂ ਤਾਂ ਆਪਦੀਆਂ ਲੱਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਦੀਆਂ। ਕਿਉਂ ਖਿੱਚੀ ਜਾਂਦੇ ਆ? ਮੈਨੂੰ RSS ਦਾ ਏਜੰਟ ਬਣਾਈ ਬੈਠੇ ਆ। ਉਹ ਗੱਲਾਂ ਨੂੰ ਬਾਅਦ ਚ ਦੇਖ ਲਾਂਗੇ, ਮੇਰਾ ਕੈਰੈਕਟਰ ਸਰਟੀਫਿਕੇਟ ਬਾਅਦ ਚ ਲੈ ਲਾਂਗੇ। ਪਰ ਜਿਸ ਧਿਰ ਨਾਲ ਲੜ ਰਹੇ ਆ, ਉਹ ਧਿਰ ਐਡੀ ਹੰਕਾਰੀ ਆ, ਐਡੀ ਵੱਡੀ ਹਉਮੈ ਆ ਉਹਨਾਂ 'ਚ। ਜਦੋਂ ਕੋਈ ਕਾਨੂੰਨ ਬਣਦਾ ਤਾਂ ਇੱਕ ਕੋਈ ਵੀ ਬਿੱਲ ਪਾਸ ਹੁੰਦਾ, ਅੱਜ ਐਗਰੀਕਲਚਰ ਤੇ ਕਾਨੂੰਨ ਬਣਿਆ, ਖੇਤੀ ਤੇ ਬਣਿਆ, ਤਾਂ ਪਾਰਲੀਮੈਂਟਰੀ ਕਮੇਟੀ ਫॉर ਐਗਰੀਕਲਚਰ ਦੇ ਕੋਲੇ ਉਹਦੀ ਰਿਕਮੈਂਡੇਸ਼ਨ ਜਾਂਦੀ ਆ ਵੀ ਇਸ ਕਾਨੂੰਨ ਤੇ ਆਪਦੀ ਰਿਕਮੈਂਡੇਸ਼ਨ ਦਿਓ। ਜਿਸ ਹਿਸਾਬ ਨਾਲ ਸਰਕਾਰ ਨੂੰ ਮੈਂ ਸਮਝਦਾ ਜਾਂ ਉਹਨਾਂ ਦੀ ਮਾਨਸਿਕਤਾ ਜਾਂ ਤਾਸੀਰ ਸਮਝਦਾ, ਉਹਨਾਂ ਨੇ ਉਸ ਕਮੇਟੀ ਦੀ ਰਿਕਮੈਂਡੇਸ਼ਨ ਅੱਵਲ ਤਾਂ ਲਈ ਨਹੀਂ ਹੋਣੀ, ਜੇ ਲਈ ਆ ਤਾਂ ਉਹਨੂੰ ਕੰਪਲਾਈ ਨਹੀਂ ਕੀਤਾ ਹੋਣਾ। ਜਦੋਂ ਸੁਪਰੀਮ ਕੋਰਟ ਜਾ ਕੇ ਅਸੀਂ ਕਾਨੂੰਨੀ ਲੜਾਈ ਲੜਾਂਗੇ, ਜੇ ਇਹਨਾਂ ਚੀਜ਼ਾਂ ਤੇ ਅਸੀਂ ਰਿਸਰਚ ਕਰੀਏ, ਸੁਪਰੀਮ ਕੋਰਟ 'ਚ ਚਾਹੇ ਉਹਨਾਂ ਦੇ 10 ਜੱਜ ਬੈਠੇ ਹੋਣ, ਪਰ ਜੇ ਕਿਤੇ ਉਹ ਰਿਕਮੈਂਡੇਸ਼ਨ 'ਚ ਖਤਾ ਖਾਧੀ ਹੋਵੇ, ਉਹਨਾਂ ਨੇ ਐਗਜ਼ੈਂਪਸ਼ਨ ਨਾ ਲਈ ਹੋਵੇ, ਪਾਰਲੀਮੈਂਟਰੀ ਕਮੇਟੀ ਔਰ ਐਗਰੀਕਲਚਰ ਦੀ ਰਿਪੋਰਟ ਨੂੰ ਮੰਨ ਕੇ ਉਹ ਸੋਧ ਨਾ ਕੀਤੀ ਹੋਵੇ ਬਿੱਲਾਂ 'ਚ, ਤਾਂ ਸੁਪਰੀਮ ਕੋਰਟ ਦੇ ਜੱਜ ਦੀ ਹਿੰਮਤ ਨਹੀਂ ਆ ਵੀ ਸਾਡੇ ਹੱਕ 'ਚ ਫੈਸਲਾ ਨਾ ਦੇਵੇ ਤੇ ਇਹਨਾਂ ਕਾਨੂੰਨਾਂ ਨੂੰ ਸਟੇ ਨਾ ਕਰੇ। ਤੇ ਜਿਸ ਤਰ੍ਹਾਂ ਜਿਸ ਸਰਕਾਰ ਨਾਲ ਅਸੀਂ ਲੜ ਰਹੇ ਹਾਂ, ਮੈਂ 200% ਸ਼ੋਰ ਆ ਵੀ ਉਹਨਾਂ ਨੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਲਖਿਊ ਨਾ ਪਿਆ, ਕਿਉਂਕਿ ਹੰਕਾਰ ਆ ਜਿਹੜੀ ਹਉਮੈ ਆ, ਇਹ ਗੱਲ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਕਰਦੇ ਆ। ਇਹਨਾਂ ਨੇ ਤਾਂ ਦੇਖ ਲਓ ਕਿਸ ਤਰ੍ਹਾਂ ਕਾਨੂੰਨ ਪਾਸ ਕਰਾਏ। ਸਪੈਸ਼ਲ ਇੱਕ ਪਾਰਲੀਮੈਂਟ ਦਾ ਸਪੈਸ਼ਲ ਇੱਕ ਸੈਸ਼ਨ ਬੁਲਾਇਆ ਜਿੱਥੇ ਕੋਈ ਸਵਾਲ ਜਵਾਬ ਨਹੀਂ, ਸਿਰਫ ਉੱਥੇ ਕਾਨੂੰਨ ਪੇਸ਼ ਕੀਤੇ, ਪਾਸ ਹੋਏ, ਲੋਕ ਸਭਾ 'ਚ ਰਾਜ ਸਭਾ 'ਚ ਪਾਸ ਹੋਏ ਤੇ ਪ੍ਰੈਜ਼ੀਡੈਂਟ ਨੇ ਅਸੈਂਟ ਦਿੱਤਾ ਆਪਦਾ। ਸੋ ਇਹਦੇ ਪਿੱਛੇ ਸਾਨੂੰ ਦਿਖਦਾ ਕਿੱਡੀ ਵੱਡੀ ਸਾਜ਼ਿਸ਼ ਆ। ਸਾਜ਼ਿਸ਼ ਕੀ ਆ? ਪੰਜਾਬ ਨੂੰ ਜਦੋਂ 1960 'ਚ ਜੇ ਗ੍ਰੀਨ ਰੈਵੋਲੂਸ਼ਨ ਆਇਆ ਸੀ, ਅੱਜ ਇਹ ਕਾਨੂੰਨ ਆਏ ਆ, ਵਿਚਾਰਧਾਰਾ ਇੱਕੋ ਹੀ ਆ ਵੀ ਇਹਨਾਂ ਦੇ ਫਲਸਫੇ ਨੂੰ ਅੱਜ ਤਾਂ ਸਪਸ਼ਟ ਰੂਪ 'ਚ ਸਾਡੇ ਸਾਹਮਣੇ ਕਰਤਾ। ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਵੀ ਤੁਸੀਂ ਆਪਦੇ ਆਪ ਨੂੰ ਜੇ ਵੱਖਰੇ ਕਹੋਗੇ, ਆਪਦੇ ਆਪ ਨੂੰ ਜੇ ਵਿਲੱਖਣ ਕਹੋਗੇ, ਡਿਸਟਿੰਕਟ ਆਈਡੈਂਟੀਟੀ ਆਪਦੀ ਕਲੇਮ ਕਰੋਗੇ, ਆਪਦੀ ਸਟੇਟਹੁੱਡ ਕਲੇਮ ਕਰੋਗੇ, ਆਪਦੀ ਸੋਵਰਨਿਟੀ ਕਲੇਮ ਕਰੋਗੇ ਜਾਂ ਖੁਦਮੁਖਤਿਆਰੀ ਕਲੇਮ ਕਰੋਗੇ, ਤਾਂ ਫਿਰ ਇੱਥੇ ਤੁਹਾਨੂੰ ਰਹਿਣ ਦਾ ਕੋਈ ਹੱਕ ਨਹੀਂ। ਤੁਸੀਂ ਜਾਓ ਕੈਨੇਡਾ, ਅਮਰੀਕਾ, ਆਸਟ੍ਰੇਲੀਆ। ਪਰ ਇੱਕ ਗੱਲ ਪੰਜਾਬ ਸਮਝ ਲੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਡੇ ਗਿਆਂ ਦੀ ਇੱਜ਼ਤ ਤਾਂ ਹੀ ਆ ਜੇ ਪਿੱਠ ਤੇ ਸਾਡੇ ਪੰਜਾਬ ਖੜਾ। ਤਾਂ ਜਿੱਦਾਂ ਇੱਥੋਂ ਪੱਟੇ ਗਏ, ਇੱਥੋਂ ਖੁਰ ਗਏ, ਸਭ ਕੁਝ ਖੁਰ ਜਾਣਾ, ਮੁੜ ਕੇ ਕਿਤੇ ਸਾਡੇ ਪੈਰ ਨਹੀਂ ਲੱਗਣੇ। ਸੋ ਜਦੋਂ ਅਸੀਂ ਇਹ ਕਹਿ ਰਹੇ ਹਾਂ ਵੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਇਸ ਲਈ ਆਪਦੇ ਹੋਂਦ ਦੀ ਲੜਾਈ ਲੜ ਰਹੇ ਹਾਂ। ਸਾਡੀ ਧਰਤੀ ਨਾਲੋਂ ਸਾਨੂੰ ਤੋੜਿਆ ਜਾ ਰਿਹਾ, ਸਾਨੂੰ ਖੋਰਿਆ ਜਾ ਰਿਹਾ। ਸਾਡਾ ਇਤਿਹਾਸ, ਸਾਡੀ ਮਾਂ ਬੋਲੀ, ਸਾਡੇ ਪਾਣੀ, ਸਾਡਾ ਫਲਸਫੇ, ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਇਹ ਛੱਡ ਕੇ ਹੁਣ ਅਸੀਂ ਕਿੱਥੇ ਜਾਈਏ? ਫਿਰ ਸਾਡੇ ਪੱਲੇ ਕੀ ਰਹਿ ਜੂ? ਇਹੀ ਜਾਗਦੀਆਂ ਜ਼ਮੀਰਾਂ ਵਾਲੇ ਇੱਥੇ ਬੈਠੇ ਆ। ਮੈਨੂੰ ਮਾਣ ਆ ਤੁਹਾਡੇ ਤੇ ਵੀ ਤੁਸੀਂ ਇੱਥੇ ਆ ਕੇ ਇਸ ਲੜਾਈ 'ਚ ਸ਼ਮੂਲੀਅਤ ਵੀ ਦਿੱਤੀ ਆ, ਇਸ ਲੜਾਈ 'ਚ ਹੱਲਾਸ਼ੇਰੀ ਤੇ ਹੌਸਲਾ ਵੀ ਦਿੱਤਾ ਸਾਨੂੰ। ਪਰ ਇਹ ਮੋਰਚਾ, ਜੇ ਅਸੀਂ ਇਹ ਕਹਿ ਦਈਏ ਵੀ ਕਿਸੇ ਇੱਕ ਜਾਣੇ ਇਕੱਲੇ ਦਾ ਜਾਂ ਮੈਂ ਇਸ ਮੋਰਚੇ ਦਾ ਮੋਢੀ ਹਾਂ, ਇਹ ਬਹੁਤ ਵੱਡਾ ਝੂਠ ਆ। ਇਹ ਸਾਡਾ ਮੋਰਚਾ, ਪੰਜਾਬ ਦਾ ਮੋਰਚਾ, ਪੰਜਾਬ ਦੇ ਵਾਰਸਾਂ ਦਾ ਮੋਰਚਾ। ਸੋ ਬਾਈ ਜੀ, ਤੁਸੀਂ ਆਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਮਖੂ ਸਾਹਿਬ, ਤੁਸੀਂ ਆਉਂਦੇ ਰਹਿੰਦੇ ਹੋ ਜੀ। ਇਹ ਬਹੁਤ ਵੱਡੀ ਹੱਲਾਸ਼ੇਰੀ ਆ, ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ, ਇਹਨਾਂ ਨੂੰ ਲੋਕ ਸੁਣਦੇ ਵੀ ਆ, ਇਹਨਾਂ ਦੇ ਵਿਚਾਰਾਂ ਨੂੰ ਕੰਸੀਡਰ ਵੀ ਕਰਦੇ ਆ। ਔਰ ਗੱਲ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਆ ਕੇ ਕਰਦੀਆਂ, ਉਹਨਾਂ ਨੂੰ ਐਂ ਲੱਗਦਾ ਵੀ ਕਿਸੇ ਸਹੀ ਦਿਸ਼ਾ ਵੱਲ, ਕਿਸੇ ਸਹੀ ਸੇਧ ਵੱਲ ਅਸੀਂ ਜਾ ਰਹੇ ਹਾਂ। ਸੰਘਰਸ਼ ਲੜੇ ਜਾਂਦੇ ਆ, ਪਰ ਪਿੱਛੇ ਭਾਵਨਾ ਕੀ ਹੁੰਦੀ ਆ ਵੀ ਸੰਘਰਸ਼ ਜਿੱਤੇ ਜਾਣ। ਉਹ ਭਾਵਨਾ ਨੂੰ ਅਸੀਂ ਆਪਦੇ ਅੰਦਰੋਂ ਤਾਂ ਨਹੀਂ ਕਿਤੇ ਝੁਠਲਾ ਹੀ ਨਹੀਂ ਸਕਦੇ। ਸੋ ਸਾਡੀ ਵੀ ਭਾਵਨਾ ਇਹ ਆ ਵੀ ਸੰਘਰਸ਼ ਨੂੰ ਜਿੱਤੀਏ, ਸਾਡਾ ਰਾਹ ਦਸੇਰਾ ਕਰੋ, ਸਾਨੂੰ ਹੱਲਾਸ਼ੇਰੀ ਵੀ ਦਿਓ, ਸਾਨੂੰ ਹੌਸਲਾ ਵੀ ਦਿਓ। ਤੇ ਸੰਗਤ ਜਦੋਂ ਆ ਕੇ ਸਾਹਮਣੇ ਬੈਠੀ ਹੁੰਦੀ ਆ, ਤੇ ਉਸ ਵੇਲੇ ਤਾਂ ਜਦੋਂ ਫਿਰ ਅੰਦਰੋਂ ਜਿਹੜੇ ਫੁਰਨੇ ਆਉਂਦੇ ਆ ਜਾਂ ਗੱਲਾਂ ਨਿਕਲਦੀਆਂ, ਉਹ ਜਮਾਂ ਰੂਹਾਂ ਦੀਆਂ ਅੰਦਰ ਵਾਲੀਆਂ ਤਹਿਾਂ 'ਚੋਂ ਨਿਕਲਦੀਆਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।